अस्सलाम वालेकुम नाजरीन, मैं हूं उमर रज़ा और आप देख रहे हैं ताज़ा खबर डिजिटल चैनल। इस टाइम हम मौजूद हैं पंजाब के एक गांव जिसका नाम है ढींगावाला में। वहां पर इस टाइम पीछे बेलना लगा हुआ है जहां पे गन्ने की रस से गुड़ बनाया जाता है। तो आज हम इधर लोगों से गुफ्तगू भी करेंगे और कुछ इन्फॉर्मेशन आप तक भी पहुंचाएंगे। और आज हमारे साथ चाचू अस्कोर भी मौजूद हैं, तो आप उनसे भी थोड़ी बहुत गपशप करेंगे। चलें फिर शुरू करते हैं आप आज की वीडियो। अच्छा चाचू, ये आप मुझे ये बताएं कि आज ये सारा प्रोसेस के किस तरह ये बनता है और कहाँ से शुरू होता है और कहाँ पे ख़त्म होता ਇਹ ਜਨਾਬ ਸਰ ਜੀ ਉਹ ਕਮਾਦ ਖਲੋਤਾ ਹੈ ਸਾਹਮਣੇ ਜਿਹਨੂੰ ਗੰਨਾ ਆਂਦੇ ਉਹ ਕਮਾਦ ਉਹ ਇਸ ਤਰ੍ਹਾਂ ਦਾ ਹੁੰਦਾ ਉਹਦੀ ਸੂਰਤ ਹਾਲ ਪਹਿਲੇ ਫਿਰ ਉਹਨੂੰ ਕੱਟੀਦਾ ਕੱਟ ਕੇ ਉਹਨੂੰ ਗੰਨਿਆਂ ਨੂੰ ਸਾਫ਼ ਕਰੀਦਾ ਪੱਤੇ ਪੁੱਤੇ ਵੱਖਰੇ ਕਰ ਛੁੜੀਂਦੇ ਨੇ ਪਾਂਦ ਉਹਨੂੰ ਆਨੇ ਆ ਪਾਂਦ ਲਾ ਲਿੰਦੇ ਨੇ ਅਸੀਂ ਵੰਨੇ ਆ ਢੋਰਾਂ ਨੂੰ ਮੋੜ ਉਹਨੂੰ ਲੈਮਨੇ ਆ ਢੋ ਕੇ ਜਿਵੇਂ ਤੁਸੀਂ ਵੇਖਿਆ ਖੋਤੀਆਂ ਤੇ ਜਾਂ ਰੇੜੀਆਂ ਤੇ ਜੇ ਕਿਤੇ ਸ਼ਾਇਦ ਵੇਲਣੇ ਤੇ ਲਿਮਨੇ ਆ ਫਿਰ ਵੇਲਣਾ ਜੋੜਤਾ ਬੜਾ ਸਵੇਰੇ ਸਵੇਰੇ ਅਸੀਂ ਇਹ ਡੱਗੇ ਜੁੜੇਨੇ ਆ ਤੇ ਰੋਹ ਅਸੀਂ ਜਮ੍ਹਾਂ ਕਰਨੀ ਸ਼ੁਰੂ ਕਰ ਲੈਂਦੇ ਆ ਰੋਹ ਨਿਕਲਦੀ ਜਿਹੜੀ ਉਹ ਤੁਸੀਂ ਜਾਣਦੇ ਹੀ ਹੋ ਉਹ ਰੋਹ ਅਸੀਂ ਜਮ੍ਹਾਂ ਕਰਨੇ ਆ ਕਰਕੇ ਤੇ ਫਿਰ ਅਸੀਂ ਜਨਾਬ ਚੁੱਲ੍ਹਾ 'ਚ ਲੈਂਦੇ ਆ ਚੁੱਲ੍ਹੇ ਤੋਂ ਮੁਰਾਦ ਹੈ ਸਾਡਾ ਉਹਨੂੰ ਅਸੀਂ ਆਨੇ ਆ ਚੁੱਬਾ ਚੁੱਬੇ ਨੂੰ ਜਿਹੜਾ ਤੁਸੀਂ ਵੇਖਿਆ ਹੁਣੇ ਜਾਂ ਵੇਖ ਰਹੇ ਹੋ ਪਿੱਛੇ ਚੁੱਬਾ ਚੱਲ ਰਿਹਾ ਉਹ ਅਸੀਂ ਚਲਾਉਂਦੇ ਆ ਤੇ ਉਹਦੇ ਵਿੱਚ ਉੱਤੇ ਕੜਾਹ ਦੇ 'ਚ ਅਸੀਂ ਪਾ ਛੱਡਨੇ ਆ ਜੀ ਇੱਕ ਲਿਮਿਟਡ ਮਿਕਦਾਰ ਨਾਲ ਨਾ ਰੋਹ ਪੈਂਦੇ ਆ ਯਾਨੀ 5 ਪੀਪੇ 6 ਪੀਪੇ 7 ਪੀਪੇ ਪੀਪਾ ਹੁੰਦਾ 18 ਲੀਟਰਾਂ ਦਾ ਕਨਸਤਰ ਉਹ ਗੰਨੇ ਆਏ ਉਹਦੇ ਥੱਲੇ ਆਗ ਬਲੇਨੇ ਆਏ ਉਸ ਤੋਂ ਬਾਅਦ ਤੁਸੀਂ ਸੂਰਤ ਹਾਲ ਵੇਖੀਏ ਇਹ ਇਸ ਤਰ੍ਹਾਂ ਉਬਲਣਾ ਸ਼ੁਰੂ ਹੋ ਜਾਂਦਾ ਫਿਰ ਉੱਤੇ ਆ ਜਾਂਦੀ ਹੈ ਮੈਲ ਜਿਹੜੇ ਉਹਦੇ ਮੈਲ ਦਾ ਮੁਰਾਦ ਜਿਹੜੀ ਉਹਦੇ ਵਿੱਚ ਜੋ ਵੀ ਕਸਾਫਤ ਹੈ ਉਹ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੀ ਹੈ ਉਹ ਅਸੀਂ ਉਤੋਂ ਉਤਾਰਨੇ ਆ ਫਿਰ ਅਸੀਂ ਉਹਦੇ ਵਿੱਚ ਪਾਉਂਦੇ ਆ ਇੱਕ ਬੂਟੀ ਹੁੰਦੀ ਹੈ ਗੌ ਜ਼ਬਾਨ ਉਹ ਅਸੀਂ ਉਹਦਾ ਪਾਊਡਰ ਤੇ ਸੋਡਾ ਉਹ ਮਿਕਸ ਕਰਨੇ ਆ ताकि मजीद ਵਿੱਚ ਜਿਹੜੀ ਚੀਜ਼ ਹੋਵੇ ਉਹ ਉਹਨੂੰ ਵਿੱਚੋਂ ਹੋਰ ਕੱਢ ਛੱਡਦੀ ਹੈ ਬਾਹਰ। ये जो आपने बूटी का बताया गोज़बान है, ये इसका पाउडर है वो जो डाल रहे हैं मीठा सोडा या जो भी आप कह रहे हैं? नहीं सोडा और चीज़ है सोडा केमिकल है सोडियम बाइकार्बोनेट ਜਿਹੜਾ ਖਾਣ ਵਾਲਾ ਸੋਡਾ ਹੁੰਦਾ ਮਿੱਠਾ ਸੋਡਾ ਉਹ ਸੋਡਾ ਹੁੰਦਾ ਤੇ ਇਹ ਇੱਕ ਬੂਟੀ ਹੁੰਦੀ ਜਿਹੜੀ ਬੂਟੀ ਗੋ ਜ਼ਬਾਨ ਉਹਨੂੰ ਪੀਸਿਆ ਹੁੰਦਾ ਉਹ ਵਿੱਚ ਮਿਕਸ ਕਰ ਲਈਦੀ ਹੈ ਸੁੱਕੀ ਵੀ ਪਾ ਛੱਡੀ ਦੀ ਹੈ ਉਸ ਤੋਂ ਇਲਾਵਾ ਇੱਕ ਤੀਸਰੀ ਚੀਜ਼ ਵੀ ਹੈ ਜਿਸ ਅਸੀਂ ਠੰਡੀ ਪੱਤ ਪਾਉਂਦੇ ਹਾਂ ਉਹਦੇ ਵਿੱਚ ਇੱਕ ਬੂਟੀ ਹੁੰਦੀ ਸੁਕਲਾਈ ਉਹਨੂੰ ਆਉਂਦੇ ਆ ਉਹਦੀ ਸ਼ਕਲ ਹੁੰਦੀ ਹੈ ਜਿਸ ਤਰ੍ਹਾਂ ਤੁਹਾਡਾ ਇਹ ਭਿੰਡੀਆਂ ਤੋਰੀਆਂ ਦੇ ਪੌਦੇ ਨੇ ਭਿੰਡੀ ਤੋਰੀ ਸਬਜ਼ੀ ਖਾਂਦੇ ਹੋ ਉਹਨੂੰ ਵਿੱਚ ਰਗੜੀਦਾ ਉਹਦੇ ਚੋਂ ਲੇਸ ਨਿਕਲਦੀ ਹੈ। ये आप पहले एक चीज़ वो बता दें कि ये जो आपने कहा ठंडी पत्त डालते हैं, ये क्या चीज़ है, मतलब ये पत्त क्या चीज़ है? ਪੱਤ ਉਹ ਚੀਜ਼ ਹੈ ਜਿਹੜੀ ਰੋਹ ਅਸੀਂ ਨਿਕਲਦੀ ਹੈ ਗੰਨੇ ਚੋਂ ਇਹ ਅਸੀਂ ਉਹਦੇ ਵਿੱਚ ਪਾਉਂਦੇ ਹਾਂ ਕੜਾਹ ਦੇ ਉਹਨੂੰ ਪੱਤ ਕਹਿੰਦੇ ਹਾਂ ਇੱਕ ਪੂਰ ਨੂੰ ਜਾਂ ਇੱਕ ਵਾਰੀ ਜਿਹੜੀ ਉਹ ਆਏਗੀ ਉਹਨੂੰ ਅਸੀਂ ਇੱਕ ਪੱਤ ਆਉਂਦੇ ਹਾਂ ਉਹਦਾ ਜਿਹੜਾ ਗੁੜ ਬਣਾਵਾਂਗੇ ਚੀਨੀ ਬਣਾਵਾਂਗੇ ਸ਼ੱਕਰ ਬਣਾਵਾਂਗੇ ਜੋ ਵੀ ਬਣਾਵਾਂਗੇ ਉਹ ਇੱਕ ਪੱਤ ਹੁੰਦੀ ਹੈ ਇੱਕ ਪੂਰ। अच्छा, तो आपने ये बता दिया कि वो डाल दी उसमें, लेकिन उसके बाद जो शेप देनी है गुड़ की या शक्कर की, तो वो बताइएगा। ਉਹ ਗੁੜ ਫਿਰ ਉਹ ਜਿਹੜੀ ਰੋਹ ਹੁੰਦੀ ਉਹ ਪੱਕਦੀ ਹੈ ਸਾਫ਼ ਹੁੰਦੀ ਹੈ ਮੈਲ ਉਤੋਂ ਉਤਰ ਗਈ ਬੰਦਾ ਬਕਾਇਦਾ ਮੈਲ ਉਤਾਰ ਰਿਹਾ ਤੁਸੀਂ ਵੇਖਿਆ ਉਤਾਰ ਕੇ ਉਹਦੇ ਵਿੱਚ ਉਹ ਕੈਮੀਕਲ ਪਾ ਕੇ ਉਹਨੂੰ ਫਿਰ ਇੱਕ ਵਾਰੀ ਸਾਫ਼ ਕਰ ਲਈਦਾ ਫਿਰ ਉਹ ਜਿਸ ਤਰ੍ਹਾਂ ਪੱਕਦੀ ਜਾਂਦੀ ਹੈ ਉਹਦੇ ਵਿੱਚੋਂ ਬੁਖਾਰਾਤ ਬਣ ਕੇ ਪਾਣੀ ਨਿਕਲਦਾ ਜਾਂਦਾ ਹੈ ਤੇ ਖਾਲਿਸ ਕ੍ਰਿਸਟਲ ਜਿਹੜੇ ਹੁੰਦੇ ਨੇ ਮਿੱਠੇ ਦੇ ਚੀਨੀ ਦੇ ਉਹ ਵਿੱਚ ਰਹਿਣਾ ਸ਼ੁਰੂ ਹੋ ਜਾਂਦੇ ਨੇ ਐਸਾ ਐਸਾ ਉਹ ਗਾੜੀ ਹੁੰਦੀ ਜਾਂਦੀ ਹੈ ਫਿਰ ਉਹ ਅੱਗੇ ਫੁੱਟਣਾ ਸ਼ੁਰੂ ਹੋ ਜਾਂਦੀ ਉਹ ਵੀ ਤੁਹਾਨੂੰ ਅਸੀਂ ਸੂਰਤ ਹਾਲ ਹੁਣ ਦਿਖਾ ਦਿੰਦੇ ਹਾਂ ਕਿ ਉੱਥੋਂ ਤੱਕ ਪਹੁੰਚ ਗਏ ਉਹਦੇ ਵਿੱਚ ਫਿਰ ਅਸੀਂ ਇੱਕ ਹੋਰ ਕੈਮੀਕਲ ਪਾਉਂਦੇ ਹਾਂ ਕੈਮੀਕਲ ਨਾਂ ਤਾਂ ਉਹਦਾ ਬੜਾ ਲੰਮਾ ਹੈ ਪਰ ਉਹਨੂੰ ਆਮ ਜ਼ਬਾਨ ਵਿੱਚ ਅਸੀਂ ਕਹਿੰਦੇ ਹਾਂ ਰੰਗ ਕਾਟ ਉਹ ਜਦੋਂ ਹੀ ਪਾਉਂਦੇ ਹਾਂ ਉਹਦਾ ਰੰਗ ਚੇਂਜ ਹੋ ਜਾਂਦਾ ਯਾਨੀ ਚਿੱਟੀ ਨਿਕਲ ਆਉਂਦੀ ਹੈ ਚਮਕੀਲਾ ਖੂਬਸੂਰਤ ਰੰਗ ਬਣ ਜਾਂਦਾ ਉਹ ਫਿਰ ਉਹ ਮਜ਼ੀਦ ਗਾੜੀ ਹੋ ਜਾਂਦੀ ਇੱਕ ਤਕਰੀਬਨ ਕੋਈ 40 ਮਿੰਟ ਤੋਂ ਲੈ ਕੇ 1 ਘੰਟੇ ਦਾ ਪ੍ਰੋਸੈਸ ਹੁੰਦਾ ਇੱਕ ਪੱਤ ਨੂੰ ਪੱਕਣ ਵਾਸਤੇ ਉਹ ਜੇ ਪੱਕ ਜਾਂਦੀ ਉਹਦੀ ਖਾਸ ਵੱਤਰ ਹੁੰਦਾ ਉਹਨੂੰ ਅਸੀਂ ਵੱਤਰ ਆਉਂਦੇ ਹਾਂ ਵੀ ਜਿੱਥੇ ਖੰਡ ਬਣਾਉਣੀ ਹੈ ਉਹ ਵੱਤਰ ਜਿੱਥੇ ਗੁੜ ਬਣਾਉਣਾ ਹੈ ਉਹ ਵੱਤਰ ਵੱਖਰਾ ਹੈ ਜਿੱਥੇ ਅਸੀਂ ਸ਼ੱਕਰ ਬਣਾਉਣੀ ਹੈ ਉਹ ਵੱਖਰਾ ਹੈ ਇੰਝ ਮੁਖਤਲਿਫ ਸਟੇਜਸ ਨੇ। ਪਹਿਲੀ ਸਟੇਜ ਤਾਂ ਹੈ ਅਸੀਂ ਜੇ ਖੰਡ ਪਾਣੀ ਹੋਵੇ ਤੈਨੂੰ ਅਸੀਂ ਪਤਲਾ ਰੱਖਦੇ ਹਾਂ ਦੂਸਰੀ ਸਟੇਜ ਹੈ ਜਦੋਂ ਅਸੀਂ ਉਹਨੂੰ ਗੁੜ ਬਣਾਉਣਾ ਹੋਵੇ ਤਾਂ ਉਸ ਤੋਂ ਜ਼ਰਾ ਗਾੜਾ ਕਰ ਦਿੰਦੇ ਹਾਂ ਯਾਨੀ ਮਜ਼ੀਦ ਗਰਮ ਕਰਨੇ ਆ ਸ਼ੱਕਰ ਬਣਾਉਣੀ ਹੈ ਤਾਂ ਉਸ ਤੋਂ ਜ਼ਿਆਦਾ ਮਜ਼ੀਦ ਗਰਮ ਕਰਨੇ ਆ ਸ਼ੱਕਰ ਵਾਸਤੇ ਅਸੀਂ ਐਂਡ 'ਤੇ ਉਹਦੇ ਵਿੱਚ ਸੋਡਾ ਬਾਈਕਾਰਬੋਨੇਟ ਵੀ ਪਾਉਂਦੇ ਆ ਤਾਂ ਕਿ ਉਹਦੇ ਨਾਲ ਉਹ ਫੁੱਲ ਜਾਂਦੀ ਹੈ ਅਤੇ ਉਹਨੂੰ ਫਿਰ ਮਲਾਈ ਜਦੋਂ ਕਰਨੇ ਆ ਨੇ ਉਹ ਆਸਾਨੀ ਹੋ ਜਾਂਦੀ ਹੈ। ਅੱਜ ਸ਼ੱਕਰ ਨਹੀਂ ਬਣਨੀ ਗੁੜ ਹੀ ਬਣਨਾ ਤੁਹਾਨੂੰ ਗੁੜ ਦਾ ਪ੍ਰੋਸੈਸ ਹੀ ਅਸੀਂ ਦੱਸ ਦਿੰਦੇ। तो अब वो शक्कर के लिए गुड़ का तो देख लिया कि वो एक पत्थर सा होता है, शक्कर के लिए वो लहदा ज़र्रात होते हैं, तो क्या आप ये बता सकते हैं कि उसके लिए कोई लहदा टूल यूज़ होता है या फिर वो इसी का कोई तरीकाकार हो रहा है? ਪਿਛਲਾ ਸਾਰਾ ਤਰੀਕਾਕਾਰ ਉਹੀ ਹੁੰਦਾ ਹੈ
ਜਿਸ ਵੇਲੇ ਅਸੀਂ ਉਹਨੂੰ ਪਾਉਂਦੇ ਹਾਂ ਨਾ, ਆਥਰਾ ਆਉਂਦੇ ਹਾਂ, ਜਿਹੜਾ ਲੱਕੜੀ ਦਾ ਇੱਕ ਬਣਿਆ ਸਾਡਾ ਬਰਤਨ ਹੈ ਚਕੋਰ, ਉਹਦੇ ਵਿੱਚ ਜਦੋਂ ਪਾਉਂਦੇ ਹਾਂ ਨਾ ਤੇ ਉਹ ਗੁੜ ਦਾ ਹੋਰ ਪ੍ਰੋਸੈਸ ਉੱਥੋਂ ਅੱਗੇ ਤੇ ਸ਼ੱਕਰ ਦਾ ਹੋਰ ਪ੍ਰੋਸੈਸ। ਗੁੜ ਦਾ ਅਸੀਂ ਉੱਥੇ ਉਹਨੂੰ ਵਿੱਚ ਜਮਾ ਦਿੰਦੇ ਹਾਂ, ਉਹਨੂੰ ਪਹਿਲੇ ਉਹਦੀ ਗੋਡੀ ਕਰਨੇ ਆ ਚੰਗੀ ਤਰ੍ਹਾਂ ਤਾਂ ਕਿ ਉਹਦੇ ਕ੍ਰਿਸਟਲ ਜਿਹੜੇ ਨੇ ਉਹ ਮਿਕਸ ਹੋ ਜਾਣ ਆਪਸ ਦੇ ਵਿੱਚ ਤੇ ਲੇਸ ਨਾ ਬਣੇ। ਉਸ ਤੋਂ ਬਾਅਦ ਉਹਦੇ ਅਸੀਂ ਇੱਕ ਲੱਕੜੀ ਦੀਆਂ ਰੰਬੀਆਂ ਜੀਆਂ ਬਣੀ ਹੁੰਦੀਆਂ ਨੇ, ਲੋਹੇ ਦੀ ਰੰਬੀ, ਉਹਦੇ ਨਾਲ ਬਣਾ ਕੇ ਉਹਦੇ ਗੁੜ ਦੀਆਂ ਰੋੜੀਆਂ ਬਣਾ ਲੈਂਦੇ ਹਾਂ। ਇਹ ਹੈ ਗੁੜ ਦਾ ਪ੍ਰੋਸੈਸ। ਸ਼ੱਕਰ ਜਿਹੜੀ ਹੁੰਦੀ ਉਹਨੂੰ ਅਸੀਂ ਉਹ ਵਿੱਚ ਫੁੱਲ ਜਾਂਦੀ ਹੈ, ਜਦੋਂ ਪਾਉਂਦੇ ਹਾਂ ਉਹਦੇ ਵਿੱਚ ਅਸੀਂ ਐਕਸਟਰਾ ਪਾਉਂਦੇ ਹਾਂ ਸੋਡਾ, ਉਹ ਫੁੱਲ ਜਾਂਦੀ ਹੈ। ਜਦੋਂ ਉਹ ਫੁੱਲ ਜਾਂਦੀ ਹੈ ਤੇ ਉਹਨੂੰ ਫਿਰ ਅਸੀਂ ਪੁੱਟ ਦਿੰਦੇ ਹਾਂ ਰੰਬੀ ਨਾਲ, ਇੱਕ ਥੋੜ੍ਹਾ ਜਿਹਾ ਠੰਡੀ ਹੋ ਜਾਂਦੀ, ਫਿਰ ਉਹ ਅਸੀਂ ਮਲਨੇ ਆ। ਉਹਦੇ ਵਾਸਤੇ ਇੱਕ ਅਲੱਗ ਦਾ ਲੱਕੜੀ ਦਾ ਬਣਿਆ ਹੁੰਦਾ ਟੂਲ, ਉਹਦੇ ਨਾਲ ਅਸੀਂ ਉਹਨੂੰ ਰਗੜਦੇ ਰਹਿੰਦੇ ਹਾਂ ਤੇ ਉਹਦੇ ਨਾਲ ਉਹ ਵੱਖਰੀ ਵੱਖਰੀ ਕਰਕੇ ਤੇ ਉਹ ਸ਼ੱਕਰ ਦੀ ਸੂਰਤ ਅਖਤਿਆਰ ਕਰ ਲੈਂਦੀ ਹੈ। ਇਹ ਤੋਂ ਪਿੱਛੇ ਦਾ ਪ੍ਰੋਸੈਸ ਸਾਰਾ ਇੱਕ ਹੈ, ਲੇਕਿन चीनी ਦਾ ਪ੍ਰੋਸੈਸ ਜਿਹੜਾ ਉਹ ਥੋੜਾ मुख्तलिफ है। चलें ठीक है। अच्छा, तो नाज़रीन, मेरे साथ इस टाइम चाचू असगर मौजूद थे। उन्होंने हमें पूरा प्रोसेस बताया कि किस तरह गुड़ और शक्कर बनती है, और अभी हम जो बना रहे हैं कारीगर, उनसे भी बात करेंगे और आपको साथ आगाह करते रहेंगे। अच्छा, हमारे साथ मौजूद हैं कारीगर वहाँ पे जो बना रहे थे गुड़, इनसे हम थोड़ी सी बातें करते हैं। तो अस्सलाम वालेकुम। वालेकुम सलाम। अच्छा, मुझे ये बताइएगा कि ये जो आप लोग का ईंधन है जो इसमें जलाते हैं आप लोग, वो आप लोग कहाँ से, मतलब ख़रीद के लेके आते हैं या फिर अपना कहाँ से लेते हैं? जी, अपने यहाँ ये जो हम गन्ने लाते हैं ना, उनके ऊपर वाला छिलका है वो उतार कर खुश्क करते हैं, उसके बाद ये ईंधन बन जाता है। अच्छा, उसके बाद ये जो आप लोग ने गन्ने का नीचे किया हुआ है, मेरे कैमरामैन दिखा सकें तो कैमरामैन दिखाइएगा, ये जो नीचे गन्ने का ना आप लोगों ने छिलके वगैरह और ये किए हुए हैं, ये किस लिए हैं? ये तो फैला के रखे हुए हैं। जी जी, ये भी इसलिए फैला के रखे हुए हैं कि जब ये खुश्क हो जाएंगे तो ये भी बालन की ईंधन की तरह इस्तेमाल करेंगे हम। जी, मज़ीद ये बताइएगा कि आप लोग लोगों के लिए वैसे बनाते हैं पैसे लेकर, या फिर ये आप लोग का अपना ही काम है? अपना ही काम है, इसलिए हम खुद कर। अगर कोई बंदा चाचू असगर की वजह से आएगा तो आप लोग उसको ऑफ भी देंगे, और कितना ऑफ देंगे ये बताएं। जी, वो तो जितना ही चाचू असगर कहेंगे उतना ही हम कर देंगे। जी नाज़रीन, आपने पिछली एपिसोड देखी थी, हम चाचू असगर ने हमें गांव बुलाना था और आज हमें बुला लिया तो हम इधर आए हैं। तो अब हम बात कर रहे हैं, उनके ही वेलने पे मौजूद हैं। तो वो ये कह रहे हैं कि उनके जो कोई आदमी उनके आएगा रेफरेंस से तो उसको ये लोग ऑफ़ भी करेंगे और उनको ये बनाकर भी देंगे। और आप मुझे ये भी बताएं कि अगर कोई बनवाना चाहता है तो वो यहाँ पर आएगा तो वो अपने गन्ने वगैरह और वो अपना सिस्टम, मतलब जो भी है वो सामान लेके आएगा, या फिर आप लोग भी यहाँ से उनको प्रोवाइड कर सकते हैं, दे सकते हैं पैसे लेके? जी, हम वो जब गन्ने लेकर आएंगे तो हम उन्हें बना कर देंगे, और केमिकल भी केमिकल हम खुद अपनी तरफ से डालेंगे। जी, और वो जो तेल वगैरह इसमें इस्तेमाल होता है वो भी? जी, वो भी हम ही डालते हैं। जी, तो मतलब आप लोग जो वहाँ से जितने पैसे ले रहे हैं उसी में आप वो सारा कुछ ये तेल भी और केमिकल वगैरह भी करके देंगे? हाँ जी, बिल्कुल इसी तरह ही। अच्छा, मुझे ना एक बात और बताइएगा। आप ये बताइएगा कि जैसे हुकूमतें चेंज होती रहती हैं, जैसे पिछली हुकूमत थी और अब है, जो फ़र्क है, तो इसमें मुझे बताइएगा कि आप लोग के जो इसके ऊपर कितना वो पैसों का फ़र्क पड़ा है, कि आप लोग को ये महंगाई महसूस होती है, बेहतरी महसूस हुई है? जी, हमें तो महंगाई महसूस हुई है, क्योंकि अब हर चीज़ का रेट बढ़ चुका है। वो जो हम केमिकल डालते हैं ना, वो तकरीबन पहले रंग कार्ड जो आप पहले हम आपको बता चुके हैं, उसका रेट 600-700 रुपये होता था फ़ी केजी, तो अब 900-1000 है। इस हिसाब से हम वो आगे भी महंगाई, हमने भी कुछ लेना होता है तो इसलिए हम करते हैं, महंगाई करना पड़ती है। तो वैसे जो बाकी हैं इधर और एरिया में मैंने देखे हैं काफ़ी वेलने वगैरह लगे हुए हैं, तो उनकी प्राइस जो है वो कितनी का है? और अगर आपके पास कोई बनवाए तो उसमें कितना का फ़र्क उनसे आपका है? जी, हम उसमें चाचू असगर की वजह से हम और भी लेस कर सकते हैं, लेकिन उनका जो रेट है ना, वो जो आसपास और भी हैं, उनका 1000, 1200, 800 ये चल रहा है। अभी हमने चाचू असगर के वेलने पे एक कारीगर से बात की है और उनसे हमने डिटेल्स ली हैं। तो अब हम आपको आगे चाचू असगर का पैगाम सुनाना चाहेंगे। अस्सलाम वालेकुम। अच्छा, हम ये चाचू के पास मौजूद हैं और चाचू का हम शुक्रिया अदा करेंगे कि चाचू आपने हमें बुलाया और यहाँ पर हमें बड़ा एंजॉय भी कराया, वेलना भी दिखाया किस तरह चलता है, रो भी पिलाई और लस्सी भी पिलाई है आपने। तो आपका मैं और मेरी टीम की तरफ से शुक्रिया। तो आप कोई पैगाम देना चाहते हैं अपने मसेरों को तो प्लीज़। ਇੱਕ ਤਾਂ ਗੱਲ ਪੁੱਤਰ, ਬੜੀ ਮਿਹਰਬਾਨੀ, ਸ਼ੁਕਰੀਆ ਕੋਈ ਨਹੀਂ, ਤੁਹਾਡੀ ਨਵਾਜ਼ਿਸ਼ ਕਿ ਤੁਸੀਂ ਤਸ਼ਰੀਫ ਲਿਆਏ ਹੋ। ਸਾਡਾ ਪਿੰਡ ਦਾ ਤੁਸੀਂ ਕਲਚਰ ਵੇਖਿਆ ਹੈ, ਗੁੜ ਤੇ ਬਹੁਤ ਪੁਰਾਣਾ ਤਰੀਕਾਕਾਰ ਜਿਹੜਾ ਵੇਖੇ ਨੇ, ਹੁਣ ਤਾਂ ਨਵੇਂ ਤਰੀਕੇ ਬਣ ਗਏ ਨੇ।
ਤੇ ਪੈਗਾਮ ਕਿਹਨੂੰ ਦੇਵਣਾ, ਤੁਸੀਂ ਸ਼ਹਿਰੀਆਂ ਨੂੰ ਦੇਵਣਾ, ਤੁਹਾਡੇ ਕੋਲ ਤਾਂ ਗੰਨਾ ਹੀ ਕੋਈ ਨਹੀਂ ਹੁੰਦਾ। ਇੱਥੇ ਵੀ ਜਿਹੜੇ ਬਿਰਾ ਵੇਖਦੇ ਪਏ ਨੇ ਪ੍ਰੋਗਰਾਮ ਜਾਂ ਮੇਰਾ ਪ੍ਰੋਗਰਾਮ ਵੇਖਦੇ ਨੇ ਤਾਜ਼ਾ ਖਬਰ ਡਿਜੀਟਲ ਤੇ, ਉਹ ਮੇਰਾ ਨਾਂ ਲੈ ਕੇ ਮੇਰੇ ਵੇਰਣੇ ਤੇ ਆਵਣ, ਇੱਥੇ ਬੰਦੇ ਨੇ ਸਾਡੇ, ਉਹਨਾਂ ਨੂੰ ਮੇਰਾ ਤਾਰਫ ਕਰਾਉਣ ਤੇ ਆਪਣਾ 50% ਲੈਸ ਤੇ ਕੰਮ ਕਰਵਾਉਣਾ ਚਾਹਣ ਤੇ ਕਰਵਾ ਲੈਣ। ਓਵਰਆਲ ਅਸੀਂ ਇਹ ਕੰਮ ਕਰਦੇ ਕੋਈ ਨਹੀਂ ਆ, ਅਸੀਂ ਸਿਰਫ ਆਪਣਾ ਹੀ ਕਮਾਦ ਹੁੰਦਾ ਤੇ ਉਹਦਾ ਹੀ ਗੋੜ ਬਣਾਉਂਦੇ ਆ ਜਾਂ जो भी चीज़ बनाने आ ਉਹਦੀ। बड़ी मेहरबानी है। अच्छा, तो नाज़रीन मेरे साथ मौजूद थे चाचू अस्कर, और अब तक के लिए इतना ही। अगर चैनल पे न्यू है तो चैनल को ज़रूर सब्सक्राइब करें। अब मिलते हैं नेक्स्ट रिपोर्ट में, तब तक के लिए दीजिए अपने होस्ट और ताज़ा खबर डिजिटल को इजाज़त। अल्लाह हाफिज़। पाकिस्तान जिंदाबाद। तो अच्छा चाचू, मेरा आपसे एक ये भी सवाल है कि ये पीछे जो बैल हैं ये खुद ब खुद ही चली जा रहे हैं और इनको कोई भी कंट्रोल नहीं कर रहा है, तो ये कैसे, जिनको तो कोई चला नहीं रहा, तो ये चली कैसे जा रहे हैं? ਉਹ ਬੇਟਾ ਇਹ ਜਿਹੜਾ ਹੈ ਨਾ, ਰਾਤੀ ਅਸਾਂ ਇਹਨਾਂ ਦੀ ਪੈਟਰੋਲ ਸ਼ਟੋਲ ਪਾਣੀ ਆਰਸ਼ਾ ਪੂਰਾ ਕਰ ਛੁੜਨੇ ਆ, ਸਵੇਰੇ ਉੱਠ ਕੇ ਜੋ ਛੱਡਨੇ ਇਹਨਾਂ ਨੂੰ ਆਦਤ ਹੋਈ ਹੋਈ ਹੈ। ਕੋਲੂ ਦਾ ਬੈਲ ਸੁਣੇ ਹੋਏ ਨੇ, ਇਹ ਉਹ ਕੋਲੂ ਦੇ ਬੈਲ ਵਾਲੀ ਗੱਲ ਇਹਨਾਂ ਨੂੰ ਲੱਗੀ ਹੁੰਦੇ ਨੇ ਖੋਪੇ, ਅੱਖਾਂ ਨੂੰ ਤਾਂ ਵੇਖਣਾ ਬੰਦ ਕੀਤੀਆਂ ਨੇ, ਅੱਖਾਂ ਇਹਨਾਂ ਦੀਆਂ ਬੰਦ ਕਰਕੇ ਇਹਨਾਂ ਨੂੰ ਚਲਾ ਛੱਡੀ ਦਿਆ ਤੇ ਇਹ ਫਿਰ ਆਪਣੇ ਆਪ ਟੁਰਦੇ ਰਹਿੰਦੇ ਨੇ ਇੱਕ ਸਰਕਲ ਦੇ ਵਿੱਚ। ਇਹ ਕਹਿੰਦੇ ਅਸੀਂ ਸਫ਼ਰ ਕਰ ਰਹੇ ਹਾਂ, ਪਤਾ ਨਹੀਂ ਕਿੱਡਾ ਲੰਮਾ ਕਰ ਰਿਹਾ, ਉਹ ਇਹੋ ਸਫ਼ਰ ਕਰੀ ਰੱਖਦੇ ਨੇ, ਇਹ ਚੱਲੀ ਰੱਖਦੇ ਨੇ। ਸਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਇਹਨਾਂ ਨੂੰ ਖਿਲਾਰਨ ਦੀ, ਜਾਂ ਟੋਰ ਖਿਲਾਰਨੇ ਹੋਵੇ ਤਾਂ ਖਿਲਾਰ ਲੈਂਦੇ ਨੇ, ਟੋਰਨੇ ਹੋਵੇ ਤਾਂ ਕਿ ਟੋਰ ਛੱਡੇ ਮੋਟੇ ਟੁਰੇ।